ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਆਓ ਪਹਿਲਾਂ ਪੰਨੂ ਸਾਹਿਬ ਦਾ ਕਰਦੇ ਹਾਂ ਸਵਾਗਤ, ਉਸ ਤੋਂ ਬਾਅਦ ਕਰਾਂਗੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਪਰਮ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਭ ਤੋਂ ਪਹਿਲਾਂ ਅੱਜ ਚਰਚਾ ਕਰਦੇ ਹਾਂ ਜੀ, ਪੰਜਾਬ ਸਰਕਾਰ ਦੇ ਵੱਲੋਂ ਸ਼ਰਾਬ ਦੀ ਜਿਹੜੀ ਆ ਤੀਸਰੀ ਵਾਰ ਜਿਹੜੀ ਪਾਲਿਸੀ ਲਿਆਂਦੀ ਗਈ ਆ, ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਇਹ ਸਾਡਾ ਤਾਂ ਸਵਾਲ ਹੀ ਨਹੀਂ ਅਸੀਂ ਕਿਸ ਤਰੀਕੇ ਨਾਲ ਦੇਖਦੇ ਹਾਂ। ਸਵਾਲ ਤਾਂ ਹੁੰਦਾ ਕਿ ਸਰਕਾਰ ਕਿਸ ਤਰੀਕੇ ਨਾਲ ਦੇਖਦੀ ਹੈ ਤੇ ਵਿਰੋਧੀ ਧਿਰ ਕਿਸ ਤਰੀਕੇ ਨਾਲ ਦੇਖਦੀ ਹੈ। ਜਿੰਨੀ ਮਰਜ਼ੀ ਚੰਗੀ ਬਣਾ ਲੈਣ, ਵਿਰੋਧੀ ਧਿਰ ਨੇ ਇਹਦੇ ਨੁਕਸ ਭਲਕ ਨੂੰ ਕੱਢ ਦੇਣੇ ਆ, ਕਿਉਂਕਿ ਉਹਨਾਂ ਦੇ ਨੁਕਸ ਦੂਜੇ ਕੱਢਦੇ ਰਹੇ ਸੀ। ਇਹ ਪਿਛਲਾ ਰਿਵਾਜ ਹੈ, ਅੱਗੇ ਉਸ ਦਾ ਚੱਲਦਾ ਰਹਿਣਾ, ਉਹਦੇ ਵਿੱਚ ਕਿਸੇ ਕਿਸਮ ਦਾ ਫਰਕ ਪੈਣਾ ਨਹੀਂ। ਵੈਸੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਸ ਤਰ੍ਹਾਂ ਦੱਸਿਆ, ਉਹਦੇ ਹਿਸਾਬ ਨਾਲ ਤੇ ਲੱਗਦਾ ਕਿ ਇਸ ਵਾਰੀ ਇਹਦੇ ਵਿੱਚੋਂ ਵੀ ਪੰਜਾਬ ਸਰਕਾਰ ਦੀ ਆਮਦਨ ਵਧਾਉਣਗੇ ਤੇ ਥੋੜ੍ਹੀ ਜਿਹੀ ਨਹੀਂ, ਉਹ ਤੇ ਕਹਿੰਦੇ ਅਸੀਂ 8-9 ਹਜ਼ਾਰ ਕਰੋੜ ਰੁਪਏ ਦੀ ਵਧਾ ਦੇਣੀ ਸਾਲ ਦੀ। ਪਿਛਲੇ ਸਮੇਂ 'ਚ ਸਾਰੇ ਕਹਿੰਦੇ ਸੀ ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਇਹਨਾਂ ਨੇ ਮਾਲ ਮਹਿਕਮੇ 'ਚੋਂ ਵੀ ਰੈਵਨਿਊ ਜਿਹੜਾ ਸੀ ਵਧਾ ਕੇ ਵਿਖਾਤਾ। ਬਾਕੀ ਸਭ ਥਾਵਾਂ ਤੋਂ ਵੀ ਆਮਦਨ ਵਧਾਈ ਆ। ਆਮਦਨ ਰੋਡਵੇਜ਼ ਦੀ ਵੀ ਵਧੀ ਆ, ਪੈਪਸੂ ਦੀ ਵੀ ਵਧੀ ਆ, ਸਾਰਿਆਂ ਥਾਵਾਂ ਤੋਂ ਵਧੀ ਆ। ਜੇ ਬਾਕੀ ਥਾਵਾਂ ਦੇ ਉੱਤੇ ਕਾਮਯਾਬ ਹੋਏ ਆ ਤੇ ਆਸ ਕਰ ਸਕਦੇ ਆ ਕਿ ਇਹਦੇ ਵਿੱਚ ਵੀ ਇਹ ਸਰਕਾਰ ਕੁਝ ਗੱਲਾਂ ਦੇ ਵਿੱਚ ਕਦਮ ਅੱਗੇ ਪੁੱਟੇ ਤੇ ਕਾਮਯਾਬ ਹੋਵੇਗੀ। ਸਾਡੇ ਵਰਗੇ ਬੰਦੇ ਨੂੰ ਇਹ ਹੁਣ ਚਰਚਾ ਕਰਨੀ ਬੜੀ ਔਖੀ ਲੱਗਦੀ ਆ ਕਿ ਸ਼ਰਾਬ ਦਾ ਕਾਰੋਬਾਰ ਹੈ ਤੇ 'ਚ ਕੀ ਕੁਛ ਹੋਵੇਗਾ, ਪਰ ਅਸੀਂ ਇਹਦੀ ਚਰਚਾ ਕਰੀ ਨਾ ਕਰੀਏ। ਜਿਹੜੇ ਪੀਣ ਵਾਲੇ ਪੀਂਦੇ ਆ ਉਹਨਾਂ ਨੂੰ ਤੇ ਰੋਕਿਆ ਨਹੀਂ ਜਾ ਸਕਦਾ, ਤੇ ਜਿਹੜੇ ਦੇਸ਼ਾਂ ਦੇ ਵਿੱਚ ਪੱਕੀ ਪਾਬੰਦੀ ਆ ਉੱਥੇ ਵੀ ਕੁਝ ਨਾ ਕੁਝ ਲਾਇਸੈਂਸ ਦਿੱਤੇ ਜਾਂਦੇ ਆ। ਗੁਜਰਾਤ ਵਰਗੇ ਸਾਡੇ ਰਾਜ ਦੇ ਵਿੱਚ ਪਾਬੰਦੀ ਆ, ਪਰ ਉੱਥੇ ਵੀ ਕੁਝ ਲੋਕਾਂ ਕੋਲ ਲਾਇਸੈਂਸ ਨੇ, ਕੁਝ ਹੋਟਲਾਂ ਕੋਲ ਲਾਇਸੈਂਸ ਨੇ। ਔਰ ਨਾਲ ਦੀ ਨਾਲ ਇਹ ਆ ਕਿ ਜਿੱਥੇ ਪਾਬੰਦੀਆਂ ਹੋਣ, ਸਰਕਾਰ ਵੱਲੋਂ ਨਾ ਕੰਮ ਚੱਲਦਾ ਹੋਵੇ, ਉੱਥੇ ਗੈਰ ਸਰਕਾਰੀ ਤੌਰ ਤੇ ਹੋਮ ਡਿਲੀਵਰੀ ਸਿਸਟਮ ਬਹੁਤ ਸਾਰੇ ਸੂਬਿਆਂ 'ਚ ਚੱਲਦਾ। ਗੁਜਰਾਤ ਵਿੱਚ ਵੀ ਚਲੀ ਜਾਂਦਾ, ਪਾਕਿਸਤਾਨ ਵਰਗੇ ਇਸਲਾਮੀ ਦੇਸ਼ 'ਚ ਚਲੀ ਜਾਂਦਾ, ਤੇ ਉੱਥੇ ਕਿੱਦਾਂ ਨਾ ਹੋਵੇਗਾ। ਪੰਜਾਬ ਦੀ ਸ਼ਰਾਬ ਪਾਲਿਸੀ ਜਿਹੜੀ ਹੈ, ਐਕਸਾਈਜ਼ ਪਾਲਿਸੀ, ਇਹ ਇੰਨੀ ਲਿਬਰਲ ਕਰਨੀ ਚਾਹੀਦੀ, ਇੰਨੇ ਖੁੱਲ੍ਹੀ ਕਰ ਦੇਣੀ ਚਾਹੀਦੀ ਹੈ ਕਿ ਇਹਦੇ ਜਿਹੜੇ ਟੈਕਸ ਨੇ ਉਹ ਥੋੜ੍ਹੇ ਜਿਹੇ ਜੇ ਘਟਾ ਦਿੱਤੇ ਜਾਣ, ਸ਼ਰਾਬ ਸਸਤੀ ਹੋਵੇ, ਲੋਕ ਵੱਧ ਖਰੀਦਣ ਤੇ ਓਨੇ ਹੀ ਉਹਦੇ 'ਚੋਂ ਪੈਸੇ ਵੱਧ ਸਰਕਾਰ ਨੂੰ ਆ ਸਕਦੇ ਆ। ਜੇ ਮਹਿੰਗੀ ਕਰਨ, ਓਨੀ ਲੋਕੀ ਘੱਟ ਖਰੀਦਣਗੇ ਤੇ ਸਰਕਾਰ ਦੀ ਆਮਦਨ ਇਸ ਕਰਕੇ ਘਟੂਗੀ ਕਿ ਲੋਕੀ ਸਰਕਾਰੀ ਰੇਟ ਦੇ ਉੱਤੇ ਮਹਿੰਗੀ ਸ਼ਰਾਬ ਲੈਣ ਦੀ ਥਾਂ ਰਾਤ ਨੂੰ ਚੋਰੀ ਕਿਸੇ ਤੋਂ 2 ਪੇਟੀਆਂ ਮੰਗਾ ਲਿਆ ਕਰਨਗੇ, ਅਗਲੇ 2 ਹਫ਼ਤੇ ਲੰਘਾ ਲਿਆ ਕਰਨਗੇ। ਉਹ ਜਿਹੜਾ ਕੰਮ ਸਾਡਾ ਇਹ ਵੀ ਤਜਰਬਾ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਪੈਟਰੋਲ ਸਸਤਾ ਹੋਵੇ ਤੇ ਸਾਡੇ ਖਰੜ, ਕੁਰਾਲੀ, ਮੋਹਾਲੀ, ਜ਼ੀਰਕਪੁਰ, ਇਹ ਸਾਰੇ ਲੋਕ ਆਨੇ ਬਹਾਨੇ ਚੰਡੀਗੜ੍ਹ ਨੂੰ ਜਾਂਦੇ ਆ ਤੇ ਉੱਥੋਂ ਪਵਾ ਕੇ ਲੈ ਆਉਂਦੇ ਆ। ਤੇ ਚੰਡੀਗੜ੍ਹ 'ਚ ਡੀਜ਼ਲ ਮਹਿੰਗਾ, ਇਸ ਕਰਕੇ ਡੀਜ਼ਲ ਵਾਲੀਆਂ ਗੱਡੀਆਂ ਜਿਨ੍ਹਾਂ ਕੋਲ ਆ ਉਹ ਮੋਹਾਲੀ, ਖਰੜ, ਕੁਰਾਲੀ, ਸੀਸਮਾਂ ਆ ਕੇ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਪਰ ਜਾ ਕੇ ਜ਼ੀਰਕਪੁਰ ਵੱਲ ਨੂੰ ਉੱਥੋਂ ਟੈਂਕੀਆਂ ਭਰਾ ਲਿਆਉਂਦੇ ਆ। ਸ਼ਰਾਬ ਦੇ ਮਾਮਲੇ 'ਚ ਵੀ ਪਿਛਲੇ ਸਮੇਂ 'ਚ ਹੁੰਦਾ ਰਿਹਾ। ਹਿਮਾਚਲ ਵਿੱਚ ਸਸਤੀ ਆ, ਚੰਡੀਗੜ੍ਹ 'ਚ ਸਸਤੀ ਆ। ਲੋਕੀ ਕੀ ਕਰਦੇ ਸੀ ਕਿ ਉੱਥੋਂ ਕਿਸੇ ਨਾ ਕਿਸੇ ਤਰੀਕੇ ਗੱਡੀ ਲੈ ਕੇ ਜਾਣਾ ਤੇ 2 ਪੇਟੀਆਂ, 5 ਪੇਟੀਆਂ, 10 ਪੇਟੀਆਂ ਲੈ ਆਉਣੀਆਂ। ਉੱਥੋਂ 1000 ਬੰਦਾ ਲੰਘਦਾ ਸੀ, 2 ਬੰਦੇ ਫੜ ਕੇ ਪੁਲਿਸ ਕਹਿੰਦੇ ਸੀ ਬਹੁਤ ਵੱਡੀ ਸਫਲਤਾ ਸਾਨੂੰ ਮਿਲੀ, ਅੱਜ ਅਸੀਂ 2 ਬੰਦੇ ਫੜ ਲਏ। ਉਹ ਕੰਮ ਚੱਲਦਾ ਸੀ। ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰੇਟ ਇਸ ਤਰ੍ਹਾਂ ਦੇ ਯੋਗ ਹੋਣ ਕਿ ਜਿਹੜੇ ਬੰਦੇ ਨੇ ਕੁਰਾਲੀ ਤੋਂ ਜਾਂ ਮੋਹਾਲੀ ਤੋਂ ਵੀ ਜਾ ਕੇ ਚੰਡੀਗੜ੍ਹ ਲੈਣੀ ਆ, ਉਹ ਸੋਚੇ ਤੇਲ ਕਾਹਨੂੰ ਫੂਕਣਾ ਤੇ ਭੀੜ ਵਿੱਚ ਜਾ ਕੇ ਐਕਸੀਡੈਂਟ ਦਾ ਖਤਰਾ ਕਿਉਂ ਲੈਣਾ, ਰੇਟ ਤਾਂ ਇੱਥੇ ਵੀ ਹੈ ਉਹ ਹੋਇਆ, ਤੇ ਓਨਾ ਹੀ ਮਾਲ ਪੰਜਾਬ ਸਰਕਾਰ ਦਾ ਵੱਧ ਵਿਕੂਗਾ। ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਉੱਦਾਂ ਸਰਕਾਰ ਨੇ ਅੱਜ ਕੱਲ੍ਹ ਐਕਸਾਈਜ਼ ਦਾ ਹੀ ਨਹੀਂ ਗਾ ਫੈਸਲਾ ਕੀਤਾ, ਬਹੁਤ ਸਾਰੇ ਹੋਰ ਕੀਤੇ ਆ। ਉਹਨਾਂ ਫੈਸਲਿਆਂ 'ਚੋਂ ਇੱਕ ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨਾਂ 'ਚੋਂ ਜਿਨ੍ਹਾਂ ਨੇ ਬਿਜਲੀ ਦਾ ਲੋਡ ਵਧਾਉਣਾ, ਉਹ ਜਿਹੜੇ ਲੋਡ ਵਧਾਉਣ ਵਾਲੇ ਆ, ਜੋ ਚਾਹੁਣ ਤੇ ਅਰਜ਼ੀਆਂ ਦੇ ਸਕਦੇ, ਉਹਦੇ ਰੇਟ ਵੀ ਘਟਾ ਤੇ। ਮੈਂ ਤਾਂ ਇਹਦੇ ਤੋਂ ਵੀ ਅੱਗੇ ਆਉਣਾ, ਬਲਕਿ 1988 ਦੇ ਵਿੱਚ ਇਹ ਗੱਲ ਸਭ ਤੋਂ ਪਹਿਲਾਂ ਮੈਂ ਹੀ ਮੰਗ ਕੀਤੀ ਸੀ। ਉਦੋਂ ਪੰਜਾਬ ਸਰਕਾਰ ਦੀਆਂ ਜਿਹੜੀਆਂ
ਗ੍ਰੀਵੈਂਸਿਸ ਕਮੇਟੀਆਂ ਹੁੰਦੀਆਂ ਨੇ ਜ਼ਿਲ੍ਹਾ ਪੱਧਰ ਦੀਆਂ, ਉਹਦੇ ਵਿੱਚ ਮੈਂ ਲਿਖਤੀ ਤੌਰ ਤੇ ਅੰਮ੍ਰਿਤਸਰ ਮੰਗ ਕੀਤੀ ਉਹਦੇ ਮੈਂਬਰ ਦੇ ਤੌਰ ਤੇ ਕਿ ਜਿਨ੍ਹਾਂ ਲੋਕਾਂ ਦੇ ਕੁੰਡੀ ਕਨੈਕਸ਼ਨ ਚੱਲਦੇ ਆ, ਖਾਸ ਕਰਕੇ ਟਿਊਬਵੈੱਲਾਂ ਦੇ, ਤੁਸੀਂ ਉਹਨਾਂ ਦੇ ਕਨੈਕਸ਼ਨ ਲੀਗਲਾਈਜ਼ ਕਰ ਦਿਓ। ਲੋਕੀ ਅਰਜ਼ੀਆਂ ਦਿੰਦੇ ਆ ਕਨੈਕਸ਼ਨ, ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ। ਉਹਦਾ ਨਤੀਜਾ ਇਹ ਨਿਕਲਦਾ ਕਿ ਜਿਹੜੇ ਪੈਸੇ ਸਰਕਾਰ ਨੂੰ ਆਉਣੇ ਆ, ਸਰਕਾਰ ਨੂੰ ਆਉਣ ਦੀ ਥਾਂ ਦੇ ਉੱਤੇ ਉਹੋ ਹੀ ਪੈਸੇ ਉੱਥੇ ਐਕਸੀਅਨ, ਐਸਡੀਓ ਤੇ ਉਹਨਾਂ ਤੋਂ ਹੇਠਲੇ ਜਿਹੜੇ ਜੇ ਵਗੈਰਾ ਨੇ ਉਹ ਰਲ ਕੇ ਵੰਡ ਲੈਂਦੇ ਆ ਤੇ ਸਰਕਾਰ ਦੇ ਪੈਸੇ ਮਾਰੇ ਜਾਂਦੇ। ਉਹ ਕਹਿਣ ਜੀ ਸਾਡੇ ਤੇ ਦੋਸ਼ ਲਾਉਂਦੇ ਜੀ। ਮੈਂ ਕਿਹਾ ਮੈਂ ਬਿਲਕੁਲ ਲਾ ਰਿਹਾ, ਜਾ ਕੇ ਚੈੱਕ ਕਰ ਲਓ, ਮੈਂ ਤੁਹਾਨੂੰ ਦੱਸ ਦਿੰਦਾ। ਉਦੋਂ ਬਾਅਦ ਜਦੋਂ ਖੇਤਾਂ ਦੀ ਬਿਜਲੀ ਮਾਫ ਕਰ ਦਿੱਤੀ ਗਈ, ਫਿਰ ਕਹਿੰਦੇ ਸੀ ਹੁਣ ਕਨੈਕਸ਼ਨ ਦੇਣ ਦੀ ਲੋੜ ਕੀ, ਦਿਓ ਜੇ ਨਾ ਦਿਓ ਬਿਜਲੀ ਦਾ ਬਿੱਲ ਤੇ ਆਉਣਾ ਕੋਈ ਨਹੀਂ, ਮਾਫ ਹੀ ਮਾਫ ਆ। ਮੈਂ ਉਦੋਂ ਵੀ ਆਖਿਆ ਸੀ ਕਿ ਕਨੈਕਸ਼ਨ ਇਹਨਾਂ ਦੇ ਲੀਗਲਾਈਜ਼ ਕਰੋ, ਕਿਉਂਕਿ ਉਹਦਾ ਨੁਕਸਾਨ ਇਹ ਆ ਕਿ ਜਿਹੜੀ ਲਾਈਨ ਦੇ ਉੱਤੇ 10 ਤੁਹਾਡੇ ਕਨੈਕਸ਼ਨ ਲੀਗਲ ਨੇ, ਉਹਨਾਂ ਦਾ ਜੇ ਫਰਜ਼ ਕਰੋ 50-60 ਕਿਲੋਵਾਟ ਬਣਦਾ ਤੇ ਉਸੇ ਦੇ ਉੱਤੇ 5 ਨਾਲ ਇਲੀਗਲ ਚੱਲਦੇ ਹੋਣ ਤੇ ਉਸ ਲਾਈਨ ਦੇ ਉੱਤੇ ਤੁਸੀਂ ਇਹ ਸੋਚ ਕੇ ਕਿ 50-60 ਕਿਲੋਵਾਟ ਉਹਦੇ ਹਿਸਾਬ ਨਾਲ ਤੁਸੀਂ ਲਾਈਨ ਪਾਈ ਆ, ਟਰਾਂਸਫਾਰਮਰ ਲਾਇਆ, ਤੇ ਜਿਹੜੇ ਅਗਲੇ ਪਾਸੇ 5-7 ਗੈਰ ਕਾਨੂੰਨੀ ਚੱਲਦੇ ਆ ਕੁੰਡੀਆਂ ਨਾਲ, ਲੋਡ ਉਹਨਾਂ ਦਾ ਵੀ ਉਸੇ ਟਰਾਂਸਫਾਰਮਰ ਤੇ ਆ, ਤਾਰਾਂ ਵੀ ਸੜਦੀਆਂ, ਟਰਾਂਸਫਾਰਮਰ ਵੀ ਸੜਦਾ। ਜੇ ਤੁਹਾਡੇ ਲੀਗਲ ਲੱਗੇ ਹੋਣ ਤੇ ਬਿਜਲੀ ਫਿਰ ਵੀ ਇੰਨੀ ਲੱਗਣੀ ਆ। ਤੁਹਾਨੂੰ ਪਤਾ ਹੋਵੇ ਇਸ ਲਾਈਨ ਤੇ ਇੰਨੇ ਟਿਊਬਵੈੱਲ ਆ, ਤੇ ਜਦੋਂ ਤੁਸੀਂ ਉਸੇ ਹਿਸਾਬ ਨਾਲ ਟਰਾਂਸਫਾਰਮਰ ਲਾਇਆ ਹੋਵੇਗਾ ਤੁਹਾਡੇ ਟਰਾਂਸਫਾਰਮਰ ਸੜਨੋਂ ਬਚ ਜਾਣਗੇ। ਹੁਣ ਵੀ ਜੇ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਰਨ ਲੱਗੇ ਆ, ਸਰਕਾਰ ਇੱਦਾਂ ਦਾ ਫੈਸਲਾ ਕਰਨ ਲੱਗੀ ਆ, ਤੇ ਮੈਂ ਸਮਝਦਾ ਇਹਨੂੰ ਅੱਗੇ ਵਧਾ ਕੇ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਅਜੇ ਤੱਕ ਮੀਟਰ ਨਹੀਂ ਤੇ ਕੁੰਡੀ ਕਨੈਕਸ਼ਨਾਂ ਨਾਲ ਚਲਾਉਂਦੇ, ਉਹਨਾਂ ਵਾਸਤੇ ਵੀ ਇੱਕ ਸਕੀਮ ਬਣਾਉਣੀ ਚਾਹੀਦੀ ਆ ਕਿ ਜੇ ਤੁਸੀਂ ਕਨੈਕਸ਼ਨ ਲੈਣਾ ਚਾਹੋ ਤੇ ਫਲਾਣੀ ਤਰੀਕ ਤੱਕ ਅਪਲਾਈ ਕਰੋ ਤੇ ਇੰਨੇ ਸਸਤੇ 'ਚ ਮਿਲ ਜਾਏਗਾ। ਇਹ ਸਕੀਮਾਂ ਕਰਨ ਦਾ ਸਰਕਾਰ ਨੂੰ ਵੀ ਫਾਇਦਾ ਹੋਵੇਗਾ, ਲੋਕਾਂ ਨੂੰ ਵੀ। ਵਨ ਟਾਈਮ ਸੈਟਲਮੈਂਟ ਦੇ ਨਾਂ ਦੇ ਉੱਤੇ ਸਕੀਮਾਂ ਛੇਤੀ ਚਲਾਉਣੀਆਂ ਚਾਹੀਦੀਆਂ, ਉਹਦੇ ਸਿੱਟੇ ਚੰਗੇ ਨਿਕਲਣਗੇ। ਜੀ ਪੰਨੂ ਸਾਹਿਬ, ਉਧਰ ਦੂਸਰੇ ਪਾਸੇ ਗੱਲ ਕਰੀਏ ਤੇ ਕਾਂਗਰਸ ਨੇ ਆਪਣੇ 39 ਉਮੀਦਵਾਰਾਂ ਦੀ ਜਿਹੜੀ ਸੂਚੀ ਆ ਉਹ ਜਾਰੀ ਕਰ ਦਿੱਤੀ ਆ। ਉੱਥੇ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜ ਰਹੇ ਨੇ। ਇਸ ਦੇ ਉੱਪਰ ਸਾਰੀਆਂ ਵਿਰੋਧੀ ਪਾਰਟੀਆਂ ਵੱਖੋ-ਵੱਖ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੀਆਂ ਨੇ, ਕਿਵੇਂ ਦੇਖਦੇ ਹੋ ਇਸ ਨੂੰ? ਇਹਦੇ ਵਿੱਚ ਇਸ ਤਰ੍ਹਾਂ ਕਿ ਕਾਂਗਰਸ ਪਾਰਟੀ ਨੇ ਆਪਣੇ ਜਿਹੜੇ 39 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਆ। ਸਭ ਤੋਂ ਵੱਧ ਤਾਂ ਮੇਰਾ ਖਿਆਲ ਆ ਕਿ ਉਹਨਾਂ ਨੇ ਕੇਰਲਾ ਦੇ ਜਾਂ ਸ਼ਾਇਦ 16 ਨੇ ਜਿਨ੍ਹਾਂ ਦੇ ਨਾਂ ਪਾਏ ਆ। ਉਹਨਾਂ 16 ਦੇ ਵਿੱਚੋਂ ਇੱਕ ਤਾਂ ਰਾਹੁਲ ਗਾਂਧੀ ਆ, ਜਿਹਨੂੰ ਅੱਗੇ ਵੀ ਵਾਇਨਾਡ ਤੋਂ ਇਹਨਾਂ ਜਿਤਾਇਆ ਸੀ। ਅਮੇਠੀ ਦੀ ਸੀਟ ਉਹਦੀ ਖਤਰੇ ਵਿੱਚ ਸੀ। ਇਸ ਵਾਰੀ ਵੀ ਅਮੇਠੀ ਵੱਲੋਂ ਅਜੇ ਮੂੰਹ ਨਹੀਂ ਕਰ ਰਿਹਾ। ਪਤਾ ਨਹੀਂ ਕਿਸੇ ਪੱਧਰ ਤੇ ਫੈਸਲਾ ਲੈ ਲੈਣ ਤੇ ਅਮੇਠੀ ਵਿੱਚ ਵੀ ਚਲੇ ਜਾਣ, ਪਰ ਉਹ ਵਾਇਨਾਡ ਤੋਂ ਉਸੇ ਸੀਟ ਤੋਂ ਦੁਬਾਰਾ ਚੋਣ ਲੜੇਗਾ। ਇਸ ਗੱਲ ਵਾਸਤੇ ਇਹਨਾਂ ਨੇ ਐਲਾਨ ਕਰ ਦਿੱਤਾ। ਦੂਸਰਾ, ਕੁਛ ਇਹਨਾਂ ਨੇ ਹੋਰ ਬੰਦੇ ਮਿਸਾਲ ਦੇ ਤੌਰ ਤੇ ਛੱਤੀਸਗੜ੍ਹ ਵਿੱਚ ਇਹ ਸਮਝਦੇ ਸੀ ਕਿ ਸਾਡੀ ਸਰਕਾਰ ਦੁਬਾਰਾ ਬਣਨੀ ਤੇ ਬਣ ਨਹੀਂ ਸਕੀ। ਜਿਹੜਾ ਮੁੱਖ ਮੰਤਰੀ 5 ਸਾਲ ਰਿਹਾ ਭੁਪੇਸ਼ ਬਘੇਲ, ਤੇ ਜਿਹਦਾ ਅਕਸ ਚੰਗਾ ਕਹਿੰਦੇ ਸੀ, ਉਹ ਆਪਣੀ MLA ਸੀਟ ਜਿੱਤ ਗਿਆ, ਮੁੱਖ ਮੰਤਰੀ ਨਹੀਂ ਬਣ ਸਕਿਆ। ਹੁਣ ਪਾਰਟੀ ਇਹ ਸਮਝਦੀ ਹੈ ਕਿ ਜੇ ਉਹਨੂੰ ਅਸੀਂ ਲੋਕ ਸਭਾ ਦੀ ਟਿਕਟ ਦੇਈਏ ਤੇ ਉਹ ਦਿੱਲੀ ਆਵੇ ਤੇ ਸਾਡੀ ਇੱਕ ਸੀਟ ਵੱਧਦੀ ਆ, ਉਹਨੂੰ ਵੀ ਖੜਾ ਕਰ ਦਿੱਤਾ ਗਿਆ। ਕੋਈ ਮਾੜੀ ਗੱਲ ਨਹੀਂ। ਇਹਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਕੀਤੇ ਜਾਂਦੇ ਆ ਉਹ ਉਸ ਪਾਰਟੀ ਨੇ ਆਪਣੀ ਲੋੜ ਮੁਤਾਬਕ ਕਰਨੇ ਆ ਤੇ ਕਰਦੇ ਰਵੇ, ਉਹਦੇ ਵਿੱਚ ਕਿਸੇ ਦੂਸਰੇ ਦਾ ਦਖਲ ਨਹੀਂ। ਜੋ ਠੀਕ ਹੁਣ ਮਿਸਾਲ ਦੇ ਤੌਰ ਤੇ ਫੈਸਲਾ ਤੇ ਉਹਨਾਂ ਨੇ ਇਹ ਵੀ ਕਰ ਲਿਆ ਕਿ ਜਿਹੜਾ ਕਾਂਗਰਸ ਪਾਰਟੀ ਦਾ ਬੜਾ ਵਿਵਾਦਾਂ 'ਚ ਫਸਿਆ ਰਹਿਣ ਵਾਲਾ ਲੀਡਰ ਆ ਜਿਹੜਾ ਸ਼ਸ਼ੀ ਥਰੂਰ, ਉਹਨੂੰ ਵੀ ਟਿਕਟ ਦਾ ਐਲਾਨ ਕਰ ਦਿੱਤਾ। ਔਰ ਕੇਰਲਾ ਵਰਗੇ ਪੜ੍ਹੇ ਲਿਖੇ ਸੂਬੇ ਦੀ ਰਾਜਧਾਨੀ ਤ੍ਰਿਵੇਂਦਰਮ ਤੋਂ, ਅਸੀਂ ਤ੍ਰਿਵੇਂਦਰਮ ਕਹਿ ਦਿੰਦੇ, ਨਾ ਉਹਦਾ ਉੱਥੋਂ ਦੀ ਬੋਡੀ 'ਚ ਥਿਰਵਨੰਤਪੁਰਮ ਆ, ਉੱਥੋਂ ਨੂੰ ਉਹਨਾਂ ਨੇ ਫਿਰ ਟਿਕਟ ਦੇ ਦਿੱਤੀ ਹੈ ਔਰ ਆਖਿਆ ਕਿ ਸਾਡੇ ਵੱਲੋਂ ਉਮੀਦਵਾਰ ਹੋਵੇਗਾ। ਉਹ ਜਦੋਂ ਵੀ ਰਿਹਾ, ਜਿੱਥੇ ਵੀ ਰਿਹਾ, ਚਰਚਿਆਂ 'ਚ ਰਿਹਾ। ਇੱਦਾਂ ਦੇ ਕੁਝ ਹੋਰ ਬੰਦਿਆਂ ਨੂੰ ਵੀ ਟਿਕਟਾਂ ਮਿਲ ਸਕਦੀਆਂ, ਪਰ ਇਹਦੇ ਨਾਲ ਵੀ ਵੱਡਾ ਧਿਆਨ ਲੋਕਾਂ ਦਾ ਇਸ ਗੱਲ ਤੇ ਆ ਕਿ ਪਾਰਟੀ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੀ ਸੀਟ ਤੋਂ ਕਿਹਨੂੰ ਖੜਾ ਕਰੇਗੀ। ਬੜੀ ਕੋਸ਼ਿਸ਼ ਇਹਨਾਂ ਨੇ ਕੀਤੀ ਔਰ ਲਗਭਗ ਲੱਗਦਾ ਸੀ ਗੱਲ ਸਿਰੇ ਚੜ੍ਹ ਗਈ ਆ ਕਿ ਰਾਹੁਲ ਗਾਂਧੀ ਦੇ ਚਾਚੇ ਦਾ ਪੁੱਤ ਵਰੁਣ ਗਾਂਧੀ ਕਾਂਗਰਸ ਵਿੱਚ ਆ ਰਿਹਾ। ਦੋਵੇਂ ਚਾਚੇ ਤਾਏ ਦੇ ਪੁੱਤ ਆਪੋ ਵਿੱਚ ਮਿਲੇ ਵੀ, ਗੱਲਾਂ ਵੀ ਹੁੰਦੀਆਂ ਰਹੀਆਂ। ਪਰ ਅਚਾਨਕ ਭਾਜਪਾ ਲੀਡਰਸ਼ਿਪ ਨੇ ਇਹ ਸੋਚ ਕੇ ਕਿ ਨਹਿਰੂ ਗਾਂਧੀ ਪਰਿਵਾਰ 'ਚੋਂ ਇੱਕ ਅੱਧਾ ਜੀ ਰੱਖ ਕੇ, ਕੋਈ ਘਰ ਦਾ ਭੇਤੀ ਆਪਣੇ ਕੋਲ ਰੱਖ ਕੇ ਉਹਨਾਂ ਦੇ ਖਿਲਾਫ ਵਰਤਣਾ ਹੋਵੇ ਤੇ
ਪਹਿਲਾਂ ਇਸ ਮੁੰਡੇ ਦੀ ਮਾਂ ਭਾਜਪਾ ਨਾਲ ਮਿਲ ਕੇ ਚੱਲਦੀ ਰਹੀ ਹੈ ਤੇ ਹੁਣ ਜੇ ਮੁੰਡਾ ਨਾਲ ਮਿਲ ਕੇ ਚੱਲਣ ਨੂੰ ਤਿਆਰ ਹੋਵੇ ਤੇ ਮੌਕਾ ਗਵਾਉਣਾ ਨਹੀਂ ਚਾਹੀਦਾ। ਉਹਨਾਂ ਨੇ ਮੁੰਡੇ ਨੂੰ ਫਿਰ ਮਨਾ ਲਿਆ। ਹੁਣ ਉੱਥੇ ਜਿਹੜੀਆਂ ਇਹਨਾਂ ਦੀਆਂ 2 ਸੀਟਾਂ ਨੇ ਅਮੇਠੀ ਰਾਏਬਰੇਲੀ, ਲੋਕੀ ਅਜੇ ਤੱਕ ਵੇਖਦੇ ਆ ਕਿ ਉੱਥੇ ਕਿਹਨੂੰ ਖੜਾ ਕਰਨਗੇ। ਇੱਧਰ ਹਰਿਆਣੇ ਦੇ ਮਾਮਲੇ 'ਚ, ਰਾਜਸਥਾਨ ਦੇ ਮਾਮਲੇ 'ਚ ਕਈਆਂ ਥਾਵਾਂ ਦੇ ਉੱਤੇ ਅਜੇ ਧਿਆਨ ਹੈ, ਪਰ ਕਾਂਗਰਸ ਪਾਰਟੀ ਨੇ ਅਜੇ ਲਿਸਟ ਜਾਰੀ ਨਹੀਂ ਕੀਤੀ। ਲਿਸਟਾਂ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲੀ ਲਿਸਟ 39 ਬੰਦਿਆਂ ਦੀ ਆਈ ਹੈ ਤੇ ਜਦੋਂ ਭਾਜਪਾ ਨੇ ਜਾਰੀ ਕੀਤੀ ਤੇ ਉਹਨਾਂ ਨੇ ਪਹਿਲੀ ਲਿਸਟ ਵਿੱਚ ਹੀ ਕੰਮ 200 ਨੇੜੇ ਪਹੁੰਚਾਤਾ। 195 ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਸੀ। ਇਹ ਇੱਕ ਤਾਂ ਉਮੀਦਵਾਰਾਂ ਦੇ ਐਲਾਨ ਥੋੜੇ ਕਰ ਰਹੇ ਆ, ਦੂਸਰਾ ਲੇਟ ਕਰੀ ਜਾ ਰਹੇ। ਅੱਗੇ ਵੀ ਕਾਂਗਰਸ ਪਾਰਟੀ ਲੇਟ ਕਰਕੇ ਮਾਰ ਖਾਂਦੀ ਹੁੰਦੀ ਹੈ। ਇੱਕ ਇਹਨਾਂ ਦੇ ਮਨ 'ਚ ਇਹ ਵੀ ਹੈ ਕਿ ਰੋਜ਼ ਕੁਝ MLA ਕੁਝ MP ਭਾਜਪਾ 'ਚ ਭੱਜੇ ਜਾਂਦੇ ਆ, ਕਿਤੇ ਇਹ ਨਾ ਹੋਵੇ ਜਿਨ੍ਹਾਂ ਦੇ ਅਸੀਂ ਨਾਂ ਅਨਾਉਂਸ ਕਰੀਏ ਉਹ ਟਿਕਟਾਂ ਸਾਡੇ ਤੋਂ ਲਿਖ ਕੇ ਪ੍ਰੈਸ ਨੂੰ ਵਿਖਾ ਕੇ ਤੇ ਭਾਜਪਾ ਦੇ ਦਰਵਾਜ਼ੇ ਜਾ ਵੜਨ। ਇਸ ਗੱਲ ਤੋਂ ਵੀ ਕਾਂਗਰਸ ਪਾਰਟੀ ਥੋੜੀ ਜਿਹੀ ਡਰਦੀ ਜਾਪਦੀ ਹੈ। ਪੰਨੂ ਸਾਹਿਬ, ਜਿੱਥੇ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਆ, ਉੱਥੇ 5 ਫਸਲਾਂ ਤੇ MSP ਦੀ ਗਰੰਟੀ ਦੇਣ ਦੇ ਲਈ ਕੇਂਦਰ ਤਿਆਰ ਹੁੰਦੀ ਹੈ, ਤਾਂ ਹੁਣ ਸਰਕਾਰ ਨੇ ਉਹ ਫੈਸਲਾ ਜਿਹੜਾ ਲਾਗੂ ਵੀ ਕਰ ਦਿੱਤਾ ਕਿ ਅਗਲੇ ਸਾਲ ਉਹ ਗਰੰਟੀ ਜਿਹੜੀ ਆ 5 ਫਸਲਾਂ ਤੇ ਦਿੱਤੀ ਜਾਊਗੀ। ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਅਜੇ ਤੱਕ ਮੀਡੀਆ ਕਹੀ ਜਾਂਦਾ, ਪਰ ਜਿੰਨੀ ਕੁ ਮੇਰੀ ਜਾਣਕਾਰੀ ਹੈ ਕੇਂਦਰ ਸਰਕਾਰ ਨੇ ਫੈਸਲਾ ਲੈਣ ਵਾਸਤੇ ਤਿਆਰੀ ਸ਼ੁਰੂ ਕਰ ਦਿੱਤੀ। ਉਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਕਿ ਅਸੀਂ ਕੁਝ ਫਸਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ, ਜਿਨ੍ਹਾਂ 'ਚ ਮੱਕੀ ਵੀ ਆ, ਕੁਝ ਦਾਲਾਂ ਵੀ ਆ, ਉਹਨਾਂ ਦੇ ਉੱਤੇ MSP ਯਾਨੀ ਘੱਟੋ ਘੱਟ ਖਰੀਦ ਕੀਮਤ, ਮਿਨੀਮਮ ਸਪੋਰਟ ਪ੍ਰਾਈਸ, ਉਹ ਅਸੀਂ ਦਿਆਂਗੇ। ਪਰ ਜਦ ਤੱਕ ਸਾਰਾ ਕੁਝ ਐਲਾਨ ਹੋ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ, ਉਹਨਾਂ ਚਿਰ ਤੱਕ ਇਹਨਾਂ ਨੂੰ ਖਬਰਾਂ ਨੂੰ ਬਸ ਚਰਚਾ ਦਾ ਇੱਕ ਮੁੱਦਾ ਤੇ ਸਮਝਿਆ ਜਾ ਸਕਦਾ। ਇਸ ਗੱਲ ਦਾ ਕੋਈ ਯਕੀਨ ਨਹੀਂ ਕਿ ਇਹਨਾਂ ਖਬਰਾਂ ਦੇ ਉੱਤੇ ਸੱਚਮੁੱਚ ਸਰਕਾਰ ਕੋਈ ਅਮਲ ਵੀ ਕਰੇਗੀ ਤੇ ਇਸ ਤਰ੍ਹਾਂ ਦਾ ਅਮਲ ਕਰੇਗੀ ਕਿ ਲੋਕਾਂ ਦੇ ਪੱਲੇ ਕੁਝ ਪੈ ਸਕੇ। ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਇਹਦਾ ਕਾਰਨ ਇੱਕ ਹੈਗਾ, ਪਰਮ ਜੀ, 1.25 ਸਾਲ ਤੋਂ ਵੱਧ ਮੋਰਚਾ ਲੱਗਾ ਰਿਹਾ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦਿਨ ਐਲਾਨ ਕਰਤਾ ਕਿ ਮੇਰੀ ਤਪੱਸਿਆ 'ਚ ਕਮੀ ਰਹਿ ਗਈ, ਇਸ ਕਰਕੇ ਮੈਂ ਉਹ 3 ਬਿੱਲ ਵਾਪਸ ਲੈਣਾ। ਮੈਂ ਅੱਗੇ ਤੋਂ ਹੋਰ ਜਿਹੜੇ ਪ੍ਰਪੋਜ਼ ਕੀਤੇ ਸੀ ਉਹ ਵੀ ਕਿਸਾਨਾਂ ਬਾਰੇ ਨਹੀਂ ਬਣਾਵਾਂਗਾ। ਮੇਰੀ ਸਰਕਾਰ ਇਹ ਸਾਰੇ ਵਾਪਸ ਲਵੇਗੀ ਔਰ ਕਿਸਾਨ ਅੜ ਗਏ ਕਿ ਅਸੀਂ ਜਾਣਾ ਉਦੋਂ ਜਦੋਂ ਤੁਸੀਂ ਪਾਰਲੀਮੈਂਟ 'ਚ ਪਾਸ ਕਰੋਗੇ। ਫਿਰ ਪਾਰਲੀਮੈਂਟ ਵਿੱਚ ਪਾਸ ਵੀ ਕਰ ਦਿੱਤਾ ਗਿਆ। ਉਹਦੇ ਤੋਂ ਬਾਅਦ ਪਾਸ ਕਰਕੇ, ਜਿੱਦਾਂ 3 ਬਿੱਲ ਪਾਸ ਕਰਕੇ ਲਾਗੂ ਕਰਵਾਏ ਸੀ, ਉਸੇ ਤਰ੍ਹਾਂ 3 ਬਿੱਲ ਪਾਸ ਕਰਕੇ ਤੇ ਉਹਨਾਂ ਬਿੱਲਾਂ ਨੂੰ ਰੱਦ ਕਰਨ ਦਾ ਫੈਸਲਾ ਵੀ ਕਰ ਲਿਆ। ਰਾਸ਼ਟਰਪਤੀ ਤੋਂ ਦਸਤਖਤ ਵੀ ਕਰਾ ਲਏ। ਕਿਸਾਨ ਉੱਠ ਕੇ ਪੰਜਾਬ ਨੂੰ ਆ ਗਏ ਜੀ। ਉਹ ਸਾਰਾ ਕੁਝ ਹੋਣ ਤੋਂ ਬਾਅਦ ਉਹਦਾ ਨੋਟੀਫਿਕੇਸ਼ਨ ਜਾਰੀ ਹੋਣਾ ਸੀ ਤਾਂ ਕਿ ਸਰਕਾਰ ਦਾ ਫੈਸਲਾ ਅਮਲ ਵਿੱਚ ਲਾਗੂ ਹੋ ਸਕੇ। ਅੱਜ ਤੱਕ ਉਹ ਫੈਸਲਾ ਲਾਗੂ ਨਹੀਂ ਹੋਇਆ। 2.5 ਸਾਲ ਹੋ ਗਏ ਆ, ਜਿਹਦੇ ਉੱਤੇ ਰਾਸ਼ਟਰਪਤੀ ਦੇ ਵੀ ਦਸਤਖਤ ਹੋ ਗਏ ਤੇ ਅਜੇ ਤੱਕ ਲਾਗੂ ਨਹੀਂ ਹੋਇਆ। ਹੁਣ ਸਰਕਾਰ ਕਹਿੰਦੀ ਅਸੀਂ ਆਹ ਕਰਤਾ ਉਹ ਕਰਤਾ। ਜਦ ਤੱਕ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਅਸੀਂ ਇਹਨੂੰ ਕੀ ਗਰੰਟੀ ਸਮਝੀਏ ਕਿ ਸਰਕਾਰ ਸੱਚਮੁੱਚ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦੀ ਹੈ? ਯਕੀਨ ਕਰਨਾ ਔਖਾ। ਦੂਸਰਾ ਪਾਸਾ ਕਿਸਾਨਾਂ ਦਾ। ਕਿਸਾਨ ਉਦੋਂ ਸੰਯੁਕਤ ਕਿਸਾਨ ਮੋਰਚਾ ਇੱਕ ਮੋਰਚਾ ਹੁੰਦਾ ਸੀ, ਹੁਣ ਸੰਯੁਕਤ ਕਿਸਾਨ ਮੋਰਚੇ ਹੀ 2 ਨੇ। ਜਿਹੜਾ ਇੱਕ ਮੋਰਚਾ ਲਾਈ ਬੈਠਾ ਸੰਯੁਕਤ ਕਿਸਾਨ ਮੋਰਚਾ, ਉਹ ਕਹਿੰਦੇ ਜੀ ਅਸੀਂ ਸਭ ਤੋਂ ਵੱਡੇ ਆ ਤੇ ਬਾਕੀ ਸਾਰੇ ਫਾਲਤੂ ਨੇ। ਇਹ ਹੁਣ 5-7 ਜਥੇਬੰਦੀਆਂ ਨੇ, 8 ਹੋਣਗੀਆਂ। ਦੂਸਰੇ ਪਾਸੇ 25-26 ਜਥੇਬੰਦੀਆਂ ਨੇ, ਉਹ ਸਾਰੀਆਂ ਪਾਸੇ ਬੈਠੀਆਂ ਨੇ। ਇਹ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੰਦੇ। ਗੱਲ ਕਿਸੇ ਪਾਸੇ ਲੱਗਦੀ ਨਹੀਂ ਪਈ। ਜਦ ਤੱਕ ਉਹ ਸਾਰੇ ਸ਼ਾਮਲ ਨਹੀਂ ਹੁੰਦੇ ਬਣੇਗਾ ਕੀ? ਫਿਰ ਇਹ ਵੀ ਵੇਖਣਾ ਪਏਗਾ ਕਿ ਜਿਹੜੀ MSP ਦੀ ਗਰੰਟੀ ਹੈ, ਅੱਗੇ ਕਣਕ ਝੋਨੇ ਦੀ MSP ਜਿਹੜੀ ਆ ਘੱਟੋ ਘੱਟ ਖਰੀਦ ਕੀਮਤ, ਉਹ ਸਾਰੇ ਭਾਰਤ ਵਿੱਚ ਤਾਂ ਨਹੀਂ ਸੀ, ਇਹ ਪੰਜਾਬ ਵਿੱਚ ਸੀ ਤੇ ਹਰਿਆਣੇ 'ਚ। ਜਿਹੜਾ ਝੋਨਾ ਸਾਡੇ 2000 ਰੁਪਏ ਕੁਇੰਟਲ ਤੋਂ ਵੱਧ ਵਿਕਦਾ, ਉਹ UP ਦੇ ਵਿੱਚ 1000 ਰੁਪਏ ਕੁਇੰਟਲ ਵਿਕਦਾ ਸੀ, ਕਿਉਂਕਿ ਸਰਕਾਰ ਦੀ ਘੱਟੋ ਘੱਟ ਖਰੀਦ ਕੀਮਤ ਉੱਥੇ ਲਾਗੂ ਨਹੀਂ ਸੀ। ਇਸ ਵਾਰੀ ਇਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜੀਆਂ ਫਲਾਣੀਆਂ ਫਸਲਾਂ, ਇਹਨਾਂ ਦੇ ਉੱਤੇ ਜਿਹੜੀ MSP ਅਸੀਂ ਦੇਣੀ ਹੈ, ਜਿਹੜੀ ਘੱਟੋ ਘੱਟ ਖਰੀਦ ਕੀਮਤ ਦੇਣੀ ਆ, ਉਹ ਸਾਰੇ ਭਾਰਤ ਵਿੱਚ ਲਾਗੂ ਕਰਨ ਦਾ ਵਿਚਾਰ ਆ। ਜੋ ਸਾਰੇ ਭਾਰਤ ਵਿੱਚ ਲਾਗੂ ਕਰਨਾ, ਤੇ ਇਹਦਾ ਮਤਲਬ ਇਹ ਆ ਕਿ ਉਹ ਖਰੀਦੋ ਫਰੋਖਤ ਸਾਰੇ ਭਾਰਤ ਵਿੱਚੋਂ ਕੁਝ ਕਿਤਿਓਂ ਹੋਵੇਗੀ ਤੇ ਉਹਦੇ ਵਿੱਚ ਪੰਜਾਬ ਦਾ ਹਿੱਸਾ ਵੀ ਘਟ ਜਾਣਾ। ਜੇ ਪੰਜਾਬ 'ਚੋਂ ਖਰੀਦ ਘਟ ਗਈ ਤੇ ਪੰਜਾਬ ਦੀ ਆਰਥਿਕਤਾ ਤੇ ਉਹਦਾ ਵੀ ਅਸਰ ਪਵੇਗਾ।
ਆਖਰ ਕੋਈ ਫੈਸਲਾ ਕਰਨਾ ਤੇ ਕਿਸਾਨਾਂ ਦੀਆਂ ਧਿਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸਰਕਾਰ ਇਹ ਕਹਿੰਦੀ ਹੈ ਜੀ ਕਰੀਏ ਕਿਹਦੇ ਨਾਲ, ਕਿਸਾਨਾਂ ਦੀ ਇੱਕ ਧਿਰ ਹੋਵੇ ਤੇ ਤਾਂ ਕਰੀਏ। ਹੁਣ ਜੇ ਪਹਿਲਾਂ 25-26 ਜਥੇਬੰਦੀਆਂ ਸੀ, ਫਿਰ 32-33, ਫਿਰ ਦਿੱਲੀ 'ਚ ਮੋਰਚੇ ਲੱਗੇ ਤੇ 42-43 ਹੋ ਗਈਆਂ। ਇਸ ਜੀ ਵੇਲੇ ਜਥੇਬੰਦੀਆਂ ਹੋਰ ਅੱਗੇ ਨਾਲੋਂ ਵੀ ਵੱਧ ਗਈਆਂ ਨੇ। ਜਿੰਨੀਆਂ ਜਥੇਬੰਦੀਆਂ ਵਧੀਆਂ ਉਨੇ ਕੁ ਲੀਡਰ ਵੀ ਵੱਧ ਗਏ, ਲੀਡਰ ਵਧੇ ਤੇ ਵਿਵਾਦ ਵੀ ਵੱਧ ਗਏ। ਇਹ ਜੀ ਜਦ ਤੱਕ ਇਕੱਠੇ ਨਹੀਂ ਹੁੰਦੇ, ਇਕਸੁਰ ਹੋ ਕੇ ਸਰਕਾਰ ਨਾਲ ਕੋਈ ਗੱਲ ਨਹੀਂ ਕਰਦੇ, ਉਹਨਾਂ ਚਿਰ ਤੱਕ ਸਰਕਾਰ ਇਦਾਂ ਦੇ ਬਿਆਨਾਂ ਨਾਲ ਲੋਕਾਂ ਦੀ ਮਾਨਸਿਕਤਾ ਨਾਲ ਤੇ ਖਿਲਵਾੜ ਕਰ ਸਕਦੀ ਹੈ। ਪੱਲੇ ਕੁਛ ਨਹੀਂ ਪੈ ਰਿਹਾ। ਬਿਹਤਰ ਇਹ ਹੈ ਕਿ ਸਾਰੇ ਇਕੱਠੇ ਹੋ ਕੇ ਕੋਈ ਰਾਹ ਕੱਢਣ ਤੇ ਸਰਕਾਰ ਨਾਲ ਗੱਲ ਚਲਾਉਣ, ਨਹੀਂ ਤੇ ਚੋਣ ਜਾਬਤਾ ਲਾਗੂ ਹੋ ਗਿਆ ਤੇ ਕੱਖ ਵੀ ਨਹੀਂ ਮਿਲਣਾ। ਜੀ ਪਰ ਸਾਹਿਬ ਦੂਸਰੇ ਪਾਸੇ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਬੜੀ ਸਖਤ ਨਜ਼ਰ ਆ ਰਹੀ ਆ। ਜਿਹੜੇ ਅਧਿਕਾਰੀ ਨੇ ਉਹ ਮੁਲਾਜ਼ਮਾਂ ਤੇ ਬੜੇ ਸਖਤ ਨਜ਼ਰ ਆ ਰਹੇ ਨੇ। ਉਹਨਾਂ ਨੇ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਜਿਹੜੇ ਨੇ ਜਬਰੀ ਰਿਟਾਇਰ ਕਰ ਦਿੱਤੇ ਨੇ ਤੇ ਨਾਲ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਕੀਤੀ ਜਾਵੇਗੀ। ਮੈਨੂੰ ਨਹੀਂ ਪਤਾ ਅਧਿਕਾਰੀਆਂ ਦੇ ਵੱਲੋਂ ਕਿਹਨੇ ਆਖੀ ਹੈ। ਜੇ ਅਧਿਕਾਰੀਆਂ ਨੇ ਆਪ ਆਖੀ ਹੈ ਤੇ ਹੋਰ ਗੱਲ ਆ, ਉਹਨਾਂ ਵੱਲੋਂ ਜੀ ਕੌਣ ਕਹਿੰਦਾ ਮੈਨੂੰ ਪਤਾ ਨਹੀਂ। ਪਰ ਜੇ ਅਧਿਕਾਰੀ ਇਹ ਕਹਿੰਦੇ ਆ ਕਿ ਅਸੀਂ ਸਖਤੀ ਕਰਾਂਗੇ, ਜਿਹੜੇ ਗੁਨਾਹ ਕਰਦੇ ਆ ਉਹਨਾਂ ਦੇ ਜੀ ਖਿਲਾਫ ਕਾਰਵਾਈ ਕਰਨਗੇ, ਤੇ ਠੀਕ ਕਹਿੰਦੇ ਆ, ਕਰਨੀ ਚਾਹੀਦੀ ਆ। ਪਰ ਕਰਨਗੇ ਕਿ ਨਹੀਂ, ਮੈਨੂੰ ਇਸ ਗੱਲ ਦਾ ਸ਼ੱਕ ਹੈ। ਅਜੇ ਜੀ ਤੱਕ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੀ ਪੁਲਿਸ ਨਾਲੋਂ, ਹਰਿਆਣੇ ਦੀ ਪੁਲਿਸ ਨਾਲੋਂ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਉਹਦੀ ਕਾਰਜਕੁਸ਼ਲਤਾ, ਉਹਦੀ ਕੰਮ ਕਰਨ ਦੀ ਜਿਹੜੀ ਤਰਤੀਬ ਆ, ਉਹਨਾਂ ਨਾਲ ਤਰਕੀਬ ਵੀ ਉਹਨਾਂ ਦਾ ਕੰਮ ਢੰਗ ਇਹਨਾਂ ਦੋਵਾਂ ਨਾਲੋਂ ਚੰਗਾ ਹੈ। ਪਰ ਜੀ ਚੰਗਾ ਰਹੂ ਕਿ ਨਹੀਂ ਰਹੂ ਇਸ ਗੱਲ ਦਾ ਕੋਈ ਪਤਾ ਨਹੀਂ। ਉਹ ਚੰਗਾ ਇਸ ਕਰਕੇ ਆ ਕਿ ਉਹਦੇ ਵਿੱਚ ਕੁਝ ਅਫਸਰ ਤੇ ਮੁਲਾਜ਼ਮ ਉਹ ਨੇ ਜਿਹੜੇ ਚੰਡੀਗੜ੍ਹ ਦੇ ਜੰਮੇ ਪਲੇ ਆ। ਕੁਝ ਕੋਟਾ ਉਹਦੇ 'ਚ ਪੰਜਾਬ ਪੁਲਿਸ ਦਾ ਹੁੰਦਾ, ਕੁਝ ਹਰਿਆਣੇ ਦਾ। ਇਹ ਚੰਡੀਗੜ੍ਹ ਪੈਂਦਾ ਦਾਨਿਸ਼ ਕੈਡਰ ਦੇ ਵਿੱਚ। ਦਾਨਿਸ਼ ਕੈਡਰ ਉਹ ਆ ਜਿਹਦੇ 'ਚ ਦਿੱਲੀ, ਅੰਡੇਮਾਨ ਨਿਕੋਬਾਰ, ਉਹਦੇ 'ਚ ਜਿੰਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ, ਚੰਡੀਗੜ੍ਹ ਵੀ ਉਹਨਾਂ 'ਚ ਹੀ ਆ, ਇਹਨਾਂ ਦਾ ਸਾਂਝਾ ਕੈਡਰ ਹੁੰਦਾ। ਦਿੱਲੀ ਦੇ ਵਿੱਚ ਕੋਈ ਅਫਸਰ ਕੰਮ ਕਰਦਾ, ਜੇ ਸਰਕਾਰ ਉਹ ਤੋਂ ਬਹੁਤ ਜ਼ਿਆਦਾ ਖੁਸ਼ ਹੋਵੇ ਤੇ ਉਹਨੂੰ ਚੰਡੀਗੜ੍ਹ ਭੇਜ ਦਿੰਦੀ ਹੈ, ਤੇ ਜੇ ਸਰਕਾਰ ਥੋੜ੍ਹੀ ਜਿਹੀ ਨਾਰਾਜ਼ ਹੋਵੇ ਤੇ ਉੱਥੋਂ ਚੁੱਕ ਕੇ ਅੰਡੇਮਾਨ ਨਿਕੋਬਾਰ ਜਾਂ ਅਸਾਮ ਤੋਂ ਵੀ ਪਰੇ ਕਿਤੇ ਭੇਜ ਸਕਦੀ ਹੈ। ਉਹ ਇਸ ਤਰ੍ਹਾਂ ਦੇ ਹੁੰਦੇ ਆ। ਉਹਦਾ ਕਰਕੇ ਉਹ ਕਈ ਵਾਰੀ ਨਿਯਮਾਂ ਕਾਨੂੰਨਾਂ ਦੀ ਪੂਰੀ ਪਾਲਣਾ ਕਰਨ ਦੀ ਥਾਂ ਸਵੇਰੇ ਗੁੱਡ ਮਾਰਨਿੰਗ ਤੇ ਸ਼ਾਮ ਨੂੰ ਗੁੱਡ ਈਵਨਿੰਗ ਕੇਂਦਰ ਵਿੱਚ ਬੈਠੇ ਜਿਹੜੇ ਹਾਕਮ ਨੇ, ਖਾਸ ਕਰਕੇ ਹੋਮ ਮਿਨਿਸਟਰੀ ਵਾਲੇ, ਉਹਨਾਂ ਨੂੰ ਕਰਦੇ ਕੁਰਦੇ ਰਹਿੰਦੇ ਆ। ਉਹਦੇ ਨਾਲ ਹੀ ਕੰਮ ਚੱਲਦਾ। ਇੱਥੇ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਵੀ ਕਈ ਤਹਿਆਂ ਨੇ। ਪਿਛਲੇ ਸਮੇਂ 'ਚ ਜਦੋਂ ਚੰਡੀਗੜ੍ਹ 'ਚੋਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਜਲੰਧਰ ਬਦਲਿਆ ਗਿਆ, ਜਿਸ ਤਰ੍ਹਾਂ ਚੰਡੀਗੜ੍ਹ 'ਚੋਂ ਉਹਨੂੰ ਕੱਢਿਆ ਗਿਆ, ਉਹਦਾ ਕਾਰਨ ਇਹ ਸੀ ਕਿ ਚੰਡੀਗੜ੍ਹ ਦੇ ਐਸਐਸਪੀ ਦੀ ਪੋਸਟ ਜਿਹੜੀ ਆ ਉਹਨੂੰ ਨਿਕੰਮੀ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਉਹਦੇ ਅਧਿਕਾਰ ਖੋਏ ਜਾ ਰਹੇ ਸੀ ਤੇ ਇਹਨੇ ਕਹਿ ਦਿੱਤਾ ਸੀ ਕਿ ਜੇ ਮੇਰੇ ਦਫ਼ਤਰ ਵਿੱਚ ਲਿਆ ਕੇ ਤੁਸੀਂ DIG ਬਿਠਾ ਦੇਣਾ, ਕਿ ਅੱਧਾ ਦਿਨ DIG ਬੈਠੇ ਤੇ ਅੱਧਾ ਦਿਨ ਮੈਂ ਬੈਠਾ, ਜੇ ਤੁਸੀਂ ਸਾਰੇ ਹੱਕ ਮੇਰੇ ਵਾਲੇ ਖੋਹ ਕੇ ਤੇ ਉਹਦੇ ਨਾਲ ਵੰਡ ਲੈਣੇ ਆ, ਤੇ ਮੈਂ ਫਿਰ ਇੱਥੇ ਚੰਡੀਗੜ੍ਹ ਦਾ ਪੁਲਿਸ ਦਾ SSP ਕਾਹਦੇ ਹੀ ਰਹੂੰਗਾ। ਉਹ ਇਹ ਮਤਭੇਦ ਇੰਨੇ ਆ ਗਏ ਸਨ। ਉਹਨਾਂ ਮਤਭੇਦਾਂ ਵਿੱਚ ਗਵਰਨਰ ਸਾਹਿਬ ਦਾ ਨਾਮ ਵੀ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਵਿੱਚ ਆਉਣ ਲੱਗ ਪਿਆ ਸੀ। ਫਿਰ ਉੱਥੋਂ ਦੀ ਸਾਰੀ ਅਫਸਰਸ਼ਾਹੀ ਨੇ ਇੱਕ ਤਰ੍ਹਾਂ ਨਾਲ ਕੁਲਦੀਪ ਚਾਹਲ ਨੂੰ ਉੱਥੋਂ ਬਦੋ-ਬਦੀ ਧੱਕ ਕੇ ਕੱਢਿਆ, ਔਰ ਇਹਦੇ ਵਿੱਚ ਗਵਰਨਰ ਸਾਹਿਬ ਦੇ ਵੱਲੋਂ ਵੀ ਚਿੱਠੀਆਂ ਲਿਖੀਆਂ ਗਈਆਂ। ਜੋ ਕੁਝ ਸੀਗੀਆਂ ਉਹ ਸਾਰਾ ਜੋ ਹੋਇਆ ਸੀ ਉਹਦੇ ਨਾਲ ਚੰਗਾ ਅਸਰ ਨਹੀਂ ਸੀ ਗਿਆ। ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਜੇ ਚੰਗਾ ਰਾਜ ਪ੍ਰਬੰਧ ਦੇਣਾ, ਜੇ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਨੂੰ ਹੋਰ ਨਹੀਂ ਵਿਗੜਨ ਦੇਣਾ, ਮਾਫ ਕਰਨਾ, ਚੰਡੀਗੜ੍ਹ 'ਚ ਪਹਿਲਾਂ ਇੰਨੀ ਹਾਲਤ ਨਹੀਂ ਸੀ ਵਿਗੜੀ ਹੁੰਦੀ ਜਿੰਨੀ ਅੱਜ ਹੈ। ਸ਼ਰੇਆਮ ਕਤਲਾਂ ਤੱਕ ਦੀਆਂ ਨੌਬਤਾਂ ਵੀ ਆਉਣ ਲੱਗ ਪਈਆਂ ਨੇ। ਉਸ ਹਾਲਤ ਨੂੰ ਹੋਰ ਨਹੀਂ ਵਿਗੜਨ ਦੇਣਾ ਤੇ ਚੰਡੀਗੜ੍ਹ ਪੁਲਿਸ ਨੂੰ ਬਾਕੀ ਕੁਝ ਵੀ ਕਰਨ ਤੋਂ ਪਹਿਲਾਂ ਇਹਨਾਂ ਅਧਿਕਾਰੀਆਂ ਨੂੰ ਆਪਣੀ ਪੁਲਿਸ ਫੋਰਸ ਦੇ ਅੰਦਰ ਜਿਹੜੇ ਮਾੜੇ ਤੱਤ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ। ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਦੀ ਪੁਲਿਸ 'ਚ ਮਾੜੇ ਤੱਤ ਕਾਫੀ ਆ। ਕੁਝ ਪੁਲਿਸ ਅਫਸਰ ਪਿਛਲੇ ਸਮੇਂ 'ਚ ਇਹੋ ਜਿਹੇ ਗਲਤ ਕੰਮ ਕਰਦੇ ਫੜੇ ਵੀ ਗਏ ਆ। ਹਾਲੇ ਕੱਲ੍ਹ ਇੱਕ ਥਾਣੇਦਾਰ ਹੋਰ ਫੜਿਆ ਗਿਆ, ਉਹਦੇ ਖਿਲਾਫ ਵੀ ਕਾਰਵਾਈ ਹੁੰਦੀ ਪਈ ਆ। ਇਹ ਨਮੂਨੇ ਦਾ ਸ਼ਹਿਰ ਬਣਾਇਆ ਗਿਆ ਸੀ। ਇਹ ਆਪਣੇ ਆਪ 'ਚ ਹੀ ਇੱਕ ਨਮੂਨਾ ਜਿਹਾ ਬਣਦਾ ਜਾਂਦਾ। ਉਹ ਜਿਹੜਾ ਹੈਗਾ ਸੀ ਸਿਟੀ ਬਿਊਟੀਫੁਲ, ਉਹ ਤੇ ਰਿਹਾ ਨਹੀਂ, ਪਰ ਘੱਟੋ ਘੱਟ ਕੁਝ ਗੱਲਾਂ ਵਿੱਚ ਤੇ ਬਾਕੀਆਂ ਤੋਂ ਵੱਖਰਾ ਨਜ਼ਰ ਆਉਣਾ ਚਾਹੀਦਾ। ਹੋਰ ਕਾਸੇ ਵਿੱਚ ਨਹੀਂ ਤੇ ਲਾਅ ਐਂਡ ਆਰਡਰ ਵਿੱਚ ਹੀ ਹੋਵੇ। ਜੇ ਚੰਡੀਗੜ੍ਹ ਦੀ ਪੁਲਿਸ ਦੇ ਅਫਸਰ ਕੋਈ ਇਸ ਮਾਮਲੇ 'ਚ ਸਖਤ ਕਦਮ ਵੀ ਪੁੱਟਦੇ ਆ ਤੇ ਸਾਨੂੰ ਸਵਾਗਤ ਕਰਨਾ ਚਾਹੀਦਾ। ਆਖਰ ਇਹਦੇ ਨਾਲ ਸੁਧਾਰ ਦੀ ਕੁਝ ਗੁੰਜਾਇਸ਼ ਹੋ ਸਕਦੀ ਆ, ਪਰ ਇਹ ਗੱਲਾਂ ਵਿੱਚ ਹੀ ਨਾ ਰਹਿ ਜਾਵੇ। ਜੀ।
ਪੰਨੂ ਸਾਹਿਬ, ਦੂਸਰੇ ਪਾਸੇ ਨੀਰਵ ਮੋਦੀ ਨੂੰ ਜਿਹੜਾ ਲੰਡਨ ਦੀ ਹਾਈ ਕੋਰਟ ਨੇ ਫਟਕਾਰ ਲਾਈ ਆ। $80 ਲੱਖ ਦਾ ਮਾਮਲਾ ਮੁੜ ਤੋਂ ਉੱਠਦਾ ਹੋਇਆ ਨਜ਼ਰ ਆਉਂਦਾ। ਕੀ ਪੂਰਾ ਮਾਮਲਾ ਜੀ? ਨੀਰਵ ਮੋਦੀ ਕਿਸੇ ਵਕਤ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਵੇਲੇ ਜਿਹੜੇ ਉਦਯੋਗਪਤੀ ਜਾਂਦੇ ਉਹਨਾਂ ਵਿੱਚ ਵੀ ਜਾਂਦਾ ਹੁੰਦਾ ਸੀ। ਔਰ ਇਹੋ ਜਿਹੇ ਜਿਹੜੇ ਠੱਗ ਕਿਸਮ ਦੇ ਬੰਦੇ ਹੁੰਦੇ ਆ, ਉਹਨਾਂ ਨੂੰ ਇਹ ਦਾ ਆਉਂਦੇ ਹੁੰਦੇ ਆ ਕਿ ਸਾਰੇ ਸ਼ਹਿਰ ਦੀ ਕਿਸੇ ਨੁੱਕਰ ਵਿੱਚ ਵੀ ਕਿਸੇ ਦੀ ਫੋਟੋ ਖਿੱਚੀ ਜਾਵੇ ਤੇ ਇਹਨਾਂ ਦਾ ਚਿਹਰਾ ਉਹਦੇ 'ਚ ਆਉਣਾ ਚਾਹੀਦਾ। ਆਸਟ੍ਰੇਲੀਆ 'ਚ ਗਏ ਪ੍ਰਧਾਨ ਮੰਤਰੀ ਦੇ ਵੀ ਨਾਲ ਖਲੋ ਕੇ ਜਦੋਂ ਇੰਡਸਟਰੀਅਲਿਸਟ ਸਾਰੇ ਫੋਟੋ ਖਿਚਾਉਂਦੇ ਸੀ, ਜਾਣ ਕੇ ਐਨ ਉੱਥੇ ਜਾ ਕੇ ਪਿੱਛੇ ਖਲੋ ਗਿਆ ਜਿੱਥੇ ਪ੍ਰਧਾਨ ਮੰਤਰੀ ਦੀ ਫੋਟੋ ਨਾਲ ਆਪਣੀ ਫੋਟੋ ਲੱਗੀ ਉਹਦੀ ਦੁਰਵਰਤੋਂ ਕਰ ਸਕੇ। ਉਹਦੇ ਬਾਅਦ ਇਹਨੇ ਬੈਂਕਾਂ ਨਾਲ ਫਰਾਡ ਕੀਤੇ। ਇੱਕ ਦਿਨ ਅਚਾਨਕ ਇਹ ਭੱਜ ਗਿਆ। ਜਿਹੜਾ ਕੋਈ ਭੱਜਦਾ, ਵਿਜੇ ਮਾਲਿਆ ਹੋਵੇ, ਨੀਰਵ ਮੋਦੀ ਹੋਵੇ, ਲਲਿਤ ਮੋਦੀ ਵੀ ਸਾਰੇ ਉੱਥੇ ਇੰਗਲੈਂਡ ਜਾ ਵੜਦੇ ਆ। ਉੱਥੇ ਜਾ ਕੇ ਇਹਨਾਂ ਕੋਲ ਪੈਸਾ ਬਥੇਰਾ, ਇੱਕ ਵਕੀਲ ਕਰ ਲਿਆ, ਦੂਜਾ ਕਰ ਲਿਆ, ਦੂਜੇ ਤੋਂ ਤੀਜਾ ਕਰ ਲਿਆ, ਤੀਜੇ ਤੋਂ ਚੌਥਾ ਕਰ ਲਿਆ। ਇੱਕ ਅਦਾਲਤ ਫੈਸਲਾ ਕਰਦੀ ਆ, ਦੂਸਰੀ ਚੋਂ ਸਟੇ ਲਿਆਉਂਦੇ, ਦੂਸਰੀ ਚੋਂ ਸਟੇ ਮਿਲਦਾ, ਫਿਰ ਤੀਜੀ ਵੱਲ ਨੂੰ ਤੁਰ ਪੈਂਦੇ ਆ। ਇਹ ਭਾਰਤ ਸਰਕਾਰ ਤੇ ਭਾਰਤ ਦੀਆਂ ਏਜੰਸੀਆਂ ਨੂੰ ਅਜੇ ਤੱਕ ਪੱਲਾ ਨਹੀਂ ਸੀ ਫੜਾ ਰਹੇ। ਹੁਣ ਹਾਲਤ ਇਹ ਬਣੀ ਆ ਕਿ ਸਾਡੇ ਭਾਰਤ ਸਰਕਾਰ ਦੇ ਇੱਕ ਸਰਕਾਰੀ ਬੈਂਕ, ਜੇ ਮੈਂ ਭੁੱਲਦਾ ਨਹੀਂ ਤੇ ਸ਼ਾਇਦ ਬੈਂਕ ਆਫ ਇੰਡੀਆ, ਇਹਨਾਂ ਨੇ ਕੇਸ ਕੀਤਾ ਹੋਇਆ ਸੀ। ਉਹਦੇ 'ਚ ਭਾਰਤ ਦੀ ਬੈਂਕ ਦੇ ਉਹਨਾਂ ਵਕੀਲਾਂ ਨੇ ਹਾਈ ਕੋਰਟ ਜਾ ਕੇ ਤੇ ਸਾਰਾ ਕੇਸ ਨੰਗਾ ਕਰਤਾ। ਹਾਈ ਕੋਰਟ ਨੇ ਇੱਕ ਵਾਰੀ ਆਖਿਆ ਸੀ ਕਿ ਇੰਨੇ ਪੈਸੇ ਤੂੰ ਪਹਿਲਾਂ ਬੈਂਕ ਨੂੰ ਜਮ੍ਹਾਂ ਕਰਾ, ਤੇਰਾ ਕੇਸ ਫਿਰ ਸੁਣਨਾ। ਉਹਨੇ ਅਜੇ ਤੱਕ ਉਹ ਵੀ ਨਹੀਂ ਕਰਾਏ। ਕੱਲ ਹਾਈ ਕੋਰਟ ਨੇ ਉੱਥੇ ਨੀਰਵ ਮੋਦੀ ਨੂੰ ਬਹੁਤ ਫਟਕਾਰ ਪਾਈ ਆ ਔਰ ਉਹਨੂੰ ਇਹ ਆਖਿਆ ਕਿ ਤੂੰ ਜੇ ਕੇਸ ਦੀ ਅਗਲੀ ਸੁਣਵਾਈ ਹੁੰਦੀ ਵੇਖਣਾ ਚਾਹੁੰਦਾ ਤੇ ਪਹਿਲਾ ਕੰਮ ਇਹ ਆ ਕਿ $80 ਲੱਖ ਯਾਨੀ $8 ਮਿਲੀਅਨ ਜਿਹੜੇ ਆ ਉਹ ਤੋਂ ਇਸ ਭਾਰਤ ਸਰਕਾਰ ਦੇ ਬੈਂਕ ਨੂੰ ਆਪਣੇ ਵੱਲੋਂ ਅਦਾ ਕਰ, ਉਹਦੇ ਖਜ਼ਾਨੇ 'ਚ ਪਾ, ਫਿਰ ਤੂੰ ਸਾਡੇ ਕੋਲ ਆ, ਤੇਰੇ ਕੇਸ ਦੀ ਅਗਲੀ ਸੁਣਵਾਈ ਹੋਵੇਗੀ। ਹਾਈ ਕੋਰਟ ਦਾ ਰੁਖ ਸਖਤ ਇੰਨਾ ਕਿ ਜਾਪਦਾ ਕਿ ਉਹਨੂੰ ਕਿਸੇ ਦਿਨ ਐਕਸਟ੍ਰਾਡੀਸ਼ਨ ਕਾਨੂੰਨ ਦੇ ਅਧੀਨ, ਯਾਨੀ ਹਵਾਲਗੀ ਕਾਨੂੰਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਦੇ ਅਧੀਨ ਉਹਨੂੰ ਉਸੇ ਵੇਲੇ ਖੜੇ ਪੈਰ ਕਹਿ ਸਕਦੀ ਆ ਕਿ ਭਾਰਤ ਦੇ ਹਵਾਲੇ ਕਰ ਦਿਓ। ਪਰ ਉੱਥੇ ਅਦਾਲਤ ਕਹਿ ਵੀ ਦੇਵੇ, ਇੰਨਾ ਸੌਖਾ ਨਹੀਂ। ਅਦਾਲਤ ਦੇ ਹੁਕਮ ਤੋਂ ਬਾਅਦ ਵੀ ਉਹਦੇ ਕੇਸ ਦੀ ਮਨਜ਼ੂਰੀ ਲੈਣ ਲਈ ਬਰਤਾਨੀਆ ਦੀ ਸਰਕਾਰ ਦਾ ਜਿਹੜਾ ਹੋਮ ਆਫਿਸ ਹੈ, ਯਾਨੀ ਗ੍ਰਹਿ ਵਿਭਾਗ ਆ, ਉਹਦੇ ਮੁਖੀ ਤੋਂ ਵੀ ਜਾ ਕੇ ਮਨਜ਼ੂਰੀ ਲੈਣੀ ਪੈਣੀ ਹੈ ਨੀਰਵ ਮੋਦੀ ਦੇ ਖਿਲਾਫ। ਨੀਰਵ ਮੋਦੀ ਦਾ ਮਾਮਲਾ ਉੱਥੇ ਜਾ ਕੇ ਅਟਕ ਸਕਦਾ। ਹਾਂ, ਹਾਈ ਕੋਰਟ ਦੇ ਹੁਕਮ ਦੇ ਉੱਤੇ ਜੋ ਮਿਲਦਾ, ਕਹਿੰਦੇ ਹੁੰਦੇ ਜਾਂਦੇ ਚੋਰ ਦੀ ਲੰਗੋਟੀ ਸਹੀ। ਜੇ ਹਾਈ ਕੋਰਟ ਦੇ ਹੁਕਮ ਤੇ ਭਾਰਤ ਸਰਕਾਰ ਦੇ ਇੱਕ ਬੈਂਕ ਨੂੰ $80 ਲੱਖ ਮਿਲ ਜਾਂਦੇ ਆ ਤੇ ਚਲੋ ਇਹ ਵੀ ਇੱਕ ਪ੍ਰਾਪਤੀ ਆ। ਜਿੰਨਾ ਆਇਆ ਉਹਨਾਂ ਸਹੀ, ਬਾਕੀ ਵਾਸਤੇ ਲੜਾਈ ਆਪੇ ਫੇਰ ਚੱਲਦੀ ਰਹੂਗੀ। ਜੀ ਪੰਨੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤੁਸੀਂ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਸਿਰਫ ਇੰਨਾ ਹੀ। ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।